ਸਟੱਡੀ ਸ਼ੌਕਤ ਸੇਲ ਸਟੱਡੀ ਬਿਕਮਸ ਈਜ਼ੀ। ਸੋ ਜਿਵੇਂ ਆਪਾਂ ਨੂੰ ਪਤਾ ਜੀ ਕੱਲ ਹੋਈ ਸੀ ਇੱਕ ਅਹਿਮ ਮੀਟਿੰਗ ਜਿਹੜੀ ਕਿ 5 ਤੋਂ 6 ਘੰਟੇ ਚੱਲੀ, ਜਿਹਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਹੀ ਉਹਦੇ ਵਿੱਚ ਮੇਨ ਮੁੱਦਾ ਜਿਹੜਾ ਉਹਨਾਂ ਨੇ ਚੱਕਿਆ ਗਿਆ ਤੇ ਉਸ ਦੇ ਰਿਗਾਰਡਿੰਗ ਉਹਨਾਂ ਨੇ ਕਿਹਾ ਸੀਗਾ ਕਿ ਜੋ ਇਨਫੋਰਮੇਸ਼ਨ ਹੈ ਉਹ ਕੱਲ ਦੇ ਅਖਬਾਰ ਦੇ ਵਿੱਚ ਦਿੱਤੀ ਜਾਏਗੀ। ਸੋ ਉਹ ਇਨਫੋਰਮੇਸ਼ਨ ਜਿਹੜੀ ਆ ਉਹ ਆਊਟ ਹੋ ਚੁੱਕੀ ਹੈ ਜੀ। ਸੋ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਖਬਾਰ ਦੇ ਵਿੱਚ ਜਿਸ ਤਰ੍ਹਾਂ ਦੀ ਨਿਊਜ਼ ਮਿਲੀ ਹੈ ਤੇ ਉਹਦੇ ਵਿੱਚ ਤੁਸੀਂ ਹੈਡਿੰਗ ਪੜ੍ਹ ਸਕਦੇ ਹੋ, ਓਨਲੀ 30% ਆਫ 36,000 ਇੰਪਲੋਈਜ਼ ਮੇ ਬੀ ਰੈਗੂਲਰਾਈਜ਼ਡ। ਤਾਂ ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਸ ਤਰ੍ਹਾਂ ਦੀ ਵੀ ਪੋਲਿਸੀਜ਼ ਜਿਹੜੀਆਂ ਨੇ ਉਹ ਬਣਾਈਆਂ ਜਾ ਰਹੀਆਂ ਨੇ 36,000 ਕਰਮਚਾਰੀ ਨੂੰ ਪੱਕੇ ਕਰਨ ਦੇ ਲਈ, ਤਾਂ ਉਹਨਾਂ ਦੇ ਵਿੱਚੋਂ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਉਹਦੇ ਰੂਲਸ ਔਰ ਰੈਗੂਲੇਸ਼ਨਸ ਨੇ ਉਸ ਨੂੰ ਲੈ ਕੇ ਇਹ ਲੱਗ ਰਿਹਾ ਕਿ ਉਹਦੇ ਵਿੱਚੋਂ 30% ਜਾਂ 30% ਤੋਂ ਘੱਟ ਤੇ ਜਿਹੜੇ ਮੁਲਾਜ਼ਮ ਨੇ ਉਹੀ ਇਹਦੇ ਵਿੱਚੋਂ ਪੱਕੇ ਹੋਣਗੇ। ਆਪਾਂ ਨਿਊਜ਼ ਦੀ ਗੱਲ ਕਰ ਲਈ, ਸਭ ਤੋਂ ਪਹਿਲਾਂ ਮੇਨ ਹੈਡਿੰਗ ਦੀ ਅਗਰ ਆਪਾਂ ਗੱਲ ਕਰ ਲੈਂਦੇ ਹਾਂ ਤਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਮੋਸਟ ਡੋਂਟ ਫਿਟ ਬਿੱਲ, ਯਾਨੀ ਕਿ ਬਹੁਤ ਸਾਰੇ ਕੈਂਡੀਡੇਟਸ ਨੂੰ ਉਹਨਾਂ ਨੇ ਇਸ ਤਰ੍ਹਾਂ ਮੰਨਿਆ ਕਿ ਉਹ ਬਿੱਲ ਦੇ ਵਿੱਚ ਫਿਟ ਨਹੀਂ ਹੁੰਦੇ। ਜਿਹੜਾ ਬਿੱਲ ਹੈਗਾ ਉਹ ਵਿਧਾਨ ਸਭਾ ਦੇ ਵਿੱਚ ਲੈ ਕੇ ਆਇਆ ਤਾਂ ਗਵਰਨਮੈਂਟ ਕ੍ਰਾਈਟੇਰੀਆ ਐਕਸਕਲੂਡਸ ਅ ਮੈਜੋਰਿਟੀ ਆਫ ਸਟਾਫ ਐਂਡ ਲੈਸ ਦੈਨ 30% 36,000 ਵਿਲ ਬੈਨੀਫਿਟ ਐਜ਼ ਮੋਸਟ ਵਰ ਹਾਇਰਡ ਅੰਡਰ ਡਿਫਰੈਂਟ ਸਕੀਮਸ। ਤਾਂ ਹਰ ਕੋਈ ਜਿਹੜਾ ਡਿਫਰੈਂਟ ਸਕੀਮਸ ਦੇ ਅੰਦਰ ਜਿਹੜਾ ਉਹਨਾਂ ਨੂੰ ਅਪੁਆਇੰਟ ਕੀਤਾ ਗਿਆ ਸੀ। ਸੋ 36,000 ਦਾ 30% ਜਾਂ ਉਸ ਤੋਂ ਵੀ ਘੱਟ ਇਹਦੇ ਵਿੱਚ ਮੁਲਾਜ਼ਮਾਂ ਨੂੰ ਜਿਹੜਾ ਫਾਇਦਾ ਹੋਣ ਵਾਲਾ ਹੈ। ਤੁਸੀਂ ਦੇਖ ਸਕਦੇ ਹੋ ਤਾਂ ਪੰਜਾਬ ਪ੍ਰੋਟੈਕਸ਼ਨ ਰੈਗੂਲਰਾਈਜੇਸ਼ਨ ਆਫ ਕੰਟਰੈਕਚੁਅਲ employees bill is likely to fall far short of the target of the regularizing the services of 36,000 employees। ਤਾਂ ਜਿਹੜਾ ਬਿੱਲ ਹੈ ਉਹ ਹੁਣ ਘੱਟ ਪੈ ਰਿਹਾ ਹੈ ਜੀ 36,000 ਇੰਪਲੋਈਜ਼ ਦੇ ਲਈ, ਯਾਨੀ ਕਿ ਉਹਦੇ ਵਿੱਚੋਂ ਘੱਟ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਏਗਾ। even as a bill after being passed in the Vidhan Sabha earlier this month and being vetted by the legal department is now being sent to the governor for his assent। criteria specified in the bill for regularization of services will exclude most of these employees। ਤਾਂ ਜੋ ਵੀ ਉਸਦੇ ਵਿੱਚ ਕ੍ਰਾਈਟੇਰੀਆ ਮੈਂਸ਼ਨ ਕੀਤਾ ਗਿਆ ਜੀ ਜਿਸ ਦੇ ਰਾਹੀਂ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਏਗਾ, ਉਸ ਕ੍ਰਾਈਟੇਰੀਆ ਦੇ ਅਕੋਰਡਿੰਗ ਬਹੁਤ ਸਾਰੇ ਮੁਲਾਜ਼ਮ ਨੇ ਜਿਹੜੇ ਇਸ ਦੇ ਵਿੱਚੋਂ ਐਕਸਕਲੂਡ ਕੀਤੇ ਜਾ ਰਹੇ ਨੇ, ਇਹ ਯਾਨੀ ਕਿ ਇਸ ਬਿੱਲ ਦੇ ਤਹਿਤ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾਏਗਾ। ਦਿਸ ਇਜ਼ ਕ੍ਰੀਏਟਿੰਗ ਅਨਈਜ਼, ਜਿਸ ਦੇ ਨਾਲ ਬਹੁਤ ਹੀ ਦਿੱਕਤਾਂ ਹੋ ਰਹੀਆਂ ਨੇ। ਜੋ ਕੰਟਰੈਕਟ ਦੇ ਜਿੰਨਾ ਵੀ ਸਟਾਫ ਲੱਗਿਆ ਹੋਇਆ ਕਾਫੀ ਟਾਈਮ ਤੋਂ ਜੋ ਲੱਗਿਆ ਹੋਇਆ ਸੰਘਰਸ਼ ਵੀ ਕਾਫੀ ਟਾਈਮ ਤੋਂ ਕਰ ਰਹੇ ਨੇ ਤਾਂ ਕਿ ਉਹਨਾਂ ਨੂੰ ਜਲਦੀ ਹੀ ਪੱਕਾ ਕੀਤਾ ਜਾਵੇ। ਆਊਟਸੋਰਸ ਇੰਪਲੋਈਜ਼ ਜਿਹੜੇ ਨੇ ਆਊਟਸੋਰਸਡ ਇੰਪਲੋਈਜ਼ ਆਰ ਨੋਟ ਬੀਂਗ ਕੰਸੀਡਰਡ। ਇਹਦੇ ਵਿੱਚ ਆਊਟਸੋਰਸ ਦੇ ਜਿਹੜੇ ਇੰਪਲੋਈਜ਼ ਆ ਉਹਨਾਂ ਨੂੰ ਕੰਸੀਡਰ ਨਹੀਂ ਕੀਤਾ ਜਾ ਰਿਹਾ ਤੇ ਨਾਲ ਹੀ nor are those who are working on the contract basis in various boards and corporations of the state। तो different boards ਜਾਂ companies ਦੇ corporations ਦੇ ਅੰਡਰ ਜਿੰਨੇ ਵੀ ਮੁਲਾਜ਼ਮ ਲੱਗੇ ਹੋਏ ਨੇ ਉਹਨਾਂ ਨੂੰ ਵੀ ਇਸ ਦੇ ਵਿੱਚ ਕੰਸੀਡਰ ਨਹੀਂ ਕੀਤਾ ਜਾ ਰਿਹਾ। ਆਊਟਸੋਰਸ ਵਾਲੇ ਮੁਲਾਜ਼ਮਾਂ ਨੂੰ ਇਸ ਦੇ ਵਿੱਚ ਕੰਸੀਡਰ ਨਹੀਂ ਕੀਤਾ ਜਾ ਰਿਹਾ। even those employees who are employed on a contract basis on post that are coterminous with life of a project or scheme of a state or the center won't be considered for regularization। ਉਹਨਾਂ ਨੂੰ ਵੀ ਇਸ ਦੇ ਵਿੱਚ ਰੈਗੂਲਰ ਕਰਨ ਲਈ ਨਹੀਂ ਕੰਸੀਡਰ ਕੀਤਾ ਜਾ ਰਿਹਾ। ਦੋਜ਼ ਹੂ ਵਿਲ ਬੀ ਕੰਸੀਡਰ ਸ਼ੁੱਡ ਹੈਵ ਬੀਨ ਇੰਪਲੋਇਡ ਔਨ ਕੰਟਰੈਕਟ ਬੇਸਿਸ ਫॉर ਐਟਲੀਸਟ 10 years। ਸੋ ਇਸ ਵਿੱਚ ਉਹਨਾਂ ਨੂੰ ਹੀ ਕੰਸੀਡਰ ਕੀਤਾ ਜਾਏਗਾ ਜਿਨ੍ਹਾਂ ਨੇ ਕੰਟਰੈਕਟ ਬੇਸਿਸ ਤੇ ਆਪਣੇ 10 years ਜਿਹੜੇ ਕੰਪਲੀਟ ਕਰ ਲਏ ਆ, ਉਹਨਾਂ ਨੂੰ ਹੀ ਇਸ ਦੇ ਵਿੱਚ ਪੱਕਾ ਕਰਨ ਦੀ ਸਕੀਮ ਲੈ ਕੇ ਆਏ ਨੇ। ਇਸ ਦੇ ਵਿੱਚ ਇਹਨਾਂ ਨੇ ਇਹ ਵੀ ਨਾਲ ਲਿਖਿਆ ਕਿ ਅ ਸੀਨੀਅਰ ਆਫੀਸਰ ਇਨ ਦ ਚੀਫ ਮਿਨਿਸਟਰਸ ਆਫਿਸ ਟੋਲਡ ਦ ਟ੍ਰਿਬਿਊਨ ਦਿਸ ਵਾਜ਼ ਨੋਟ ਅ ਵਨ ਟਾਈਮ ਰੈਗੂਲਰਾਈਜੇਸ਼ਨ। ਇੱਕ ਵਾਰ ਪੱਕੇ ਕਰਨ ਦੀ ਇਹ ਸਕੀਮ ਨਹੀਂ ਹੈ। ਐਜ਼ and when these employees complete 10 years of services they will considered। ਤਾਂ ਜਿਸ ਤਰ੍ਹਾਂ ਇਸ ਜਿੰਨੇ ਵੀ ਮੁਲਾਜ਼ਮ ਹੈਗੇ ਉਹ ਆਪਣੇ 10 ਸਾਲ ਜਿਹੜੇ ਸਰਵਿਸ ਦੇ ਪੂਰੇ ਕਰਦੇ ਜਾਣਗੇ ਉਹਨਾਂ ਨੂੰ ਉਸ ਤਰ੍ਹਾਂ ਪੱਕੇ ਕੀਤਾ ਜਾਵੇਗਾ। ਸੋ ਅੱਜ ਜਿਹੜਾ ਉਨੇ ਹੀ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਜਿਨ੍ਹਾਂ ਦੇ 10 ਸਾਲ ਅੱਜ ਪੂਰੇ ਹੋ ਚੁੱਕੇ ਹੈ, ਜੋ ਗਰੁੱਪ ਸੀ ਜਾਂ ਗਰੁੱਪ ਡੀ ਦੀਆਂ ਪੋਸਟ ਦੀਆਂ ਕੰਟਰੈਕਟ ਬੇਸਿਸ ਤੇ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ 10 ਸਾਲ ਆਪਣੀ ਸਰਵਿਸ ਦੇ ਹੋ ਚੁੱਕੇ ਹੈ, ਉਹਨਾਂ ਨੂੰ ਅੱਜ ਪੱਕਾ ਕਰ ਦਿੱਤਾ ਜਾਵੇਗਾ। ਤੇ ਬਾਕੀ ਜਿਹੜੇ ਮੁਲਾਜ਼ਮ ਨੇ 36,000 ਦੇ ਵਿੱਚੋਂ ਜਿਵੇਂ ਆਪਣੀ ਸਰਵਿਸ ਦੇ 10 ਸਾਲ ਪੂਰੇ ਕਰਦੇ ਜਾਣਗੇ ਉਵੇਂ ਉਹਨਾਂ ਨੂੰ ਪੱਕਾ ਕੀਤਾ ਜਾਵੇਗਾ। ਕੱਲ ਦੀ ਹੋਈ ਮੀਟਿੰਗ ਜੋ 5 ਤੋਂ 6 ਘੰਟੇ ਲਗਾਤਾਰ ਉਹ ਮੀਟਿੰਗ ਚੱਲੀ ਹੈ, ਉਹਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਜਿਹੜੀ ਮੇਨ ਗੱਲ ਸੀ ਉਹਦੇ ਵਿੱਚੋਂ ਇਹੀ ਉਹਨਾਂ ਨੇ ਸੀਟਾਂ ਨਿਕਾਲੀਆਂ। ਉਹਨਾਂ ਹੀ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਏਗਾ ਜਿਨ੍ਹਾਂ ਨੇ ਆਪਣੀ ਸਰਵਿਸ ਦੇ 10 ਸਾਲ ਜਿਹੜੇ ਪੂਰੇ ਕਰ ਲਿੱਤੇ ਹੈ। ਇਸ ਦੇ ਮੁਤਾਬਿਕ ਦੇਖਿਆ ਜਾਵੇ ਤਾਂ 36,000 ਦੇ ਵਿੱਚੋਂ ਕਰੀਬਨ 30% ਜਾਂ ਉਸ ਤੋਂ ਵੀ ਘੱਟ ਜਿਹੜੇ ਮੁਲਾਜ਼ਮ ਹੈ ਉਹ ਪੱਕੇ ਹੁੰਦੇ ਹਨ, ਜਿਸ ਨੂੰ ਲੈ ਕੇ ਮੁਲਾਜ਼ਮਾਂ ਦੇ ਵਿੱਚ ਕਾਫੀ ਰੋਸ ਹੈ। ਹਲੇ ਵੀ ਉਹਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਸੁਣੀਆਂ ਨਹੀਂ ਜਾ ਰਹੀਆਂ, ਉਹਨਾਂ ਦੀ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਬਾਕੀ ਇਹ ਜਿਹੜੀ ਨਿਊਜ਼ ਜਿਹੜੀ ਅੱਜ ਅਖਬਾਰ ਦੇ ਵਿੱਚ ਯਾਨੀ ਕਿ ਨਿਊਜ਼ ਜਿਹੜੀ ਅੱਜ ਆਊਟ ਹੋਈ ਹੈ ਕਿ 36,000 ਦੇ ਲਈ ਉਹਨਾਂ ਨੂੰ ਪੱਕਾ ਕਰਨ ਦੇ ਲਈ ਇਹ ਜਿਹੜਾ ਕ੍ਰਾਈਟੇਰੀਆ ਸਰਕਾਰ ਲੈ ਕੇ ਆਈ ਹੈ ਤੇ ਉਹਦੇ ਮੁਤਾਬਿਕ 30% ਦੇ ਕਰੀਬ ਮੁਲਾਜ਼ਮ ਜਿਹੜੇ ਪੱਕੇ ਹੁੰਦੇ ਆ। ਇਸ ਤੋਂ ਬਾਅਦ ਮੁਲਾਜ਼ਮਾਂ ਦਾ ਕੀ ਕਹਿਣਾ, ਉਹ ਕਿਸ ਤਰ੍ਹਾਂ ਆਪਣਾ ਅਗਲਾ ਸਟੈਪ ਚੱਕਣਗੇ, ਉਹਨਾਂ ਦਾ ਅਗਲਾ ਸੰਘਰਸ਼ ਜਾਂ ਅਗਲਾ ਧਰਨਾ ਕਿਸ ਤਰ੍ਹਾਂ ਹੋਏਗਾ, ਉਸਦੇ ਬਾਰੇ ਜਿਵੇਂ ਕੋਈ ਅਫੀਸ਼ੀਅਲ ਅਪਡੇਟ ਮਿਲਦੀ ਹੈ ਆਪਾਂ ਤੁਹਾਨੂੰ ਇਸੇ ਚੈਨਲ ਤੇ ਅਪਡੇਟ ਕਰਾਂਗੇ। ਦੇਖ ਸਕਦੇ ਹੋ ਸਾਂਝਾ ਮੁਲਾਜ਼ਮ ਫਰੰਟ ਵੱਲੋਂ ਮੁੱਖ ਮੰਤਰੀ ਨਿਵਾਸ ਵੱਲ ਮਾਰਚ। ਇਸ ਚੀਜ਼ ਨੂੰ ਲੈ ਕੇ ਜਿਹੜਾ ਉਹਨਾਂ ਨੇ ਮਾਰਚ ਕਰ ਦਿੱਤਾ। ਸਰਕਾਰਾਂ ਨਾਲ ਮੀਟਿੰਗ ਬੇਸਿੱਟਾ ਰਹਿਣ ਤੇ ਰੋਚ ਆਏ ਮੁਲਾਜ਼ਮ, ਯਾਨੀ ਕਿ ਬਹੁਤ ਹੀ ਹੁਣ ਉਹਨਾਂ ਨੇ ਤਿੱਖਾ ਸੰਘਰਸ਼ ਆਪਣਾ ਕਰ ਦਿੱਤਾ ਹੈ ਕਿਉਂਕਿ ਬਹੁਤ ਹੀ ਨਿਰਾਸ਼ ਉਹ ਹਰ ਵਾਰ ਉਹਨਾਂ ਨੂੰ ਕੀਤਾ ਜਾਂਦਾ ਹੈ। ਹਾਂਜੀ ਨੈਕਸਟ ਤੁਸੀਂ ਦੇਖ ਸਕਦੇ ਹੋ ਸੀਐਮ ਅਪਰੂਵਸ ਫਿਲਿੰਗ 10K ਐਜੂਕੇਸ਼ਨ ਡਿਪਾਰਟਮੈਂਟ ਪੋਸਟ। ਤਾਂ ਐਜੂਕੇਸ਼ਨ ਮਿਨਿਸਟਰ ਵੱਲੋਂ 10,880 ਪੋਸਟਾਂ ਜਿਹੜੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਡਿਫਰੈਂਟ ਕਾਡਰਸ ਦੇ ਵਿੱਚ ਹਰੀ ਝੰਡੀ ਉਹਨਾਂ ਨੂੰ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ 2,000 ਫਿਜ਼ੀਕਲ ਐਜੂਕੇਸ਼ਨ ਟੀਚਰ ਦੀਆਂ ਪੋਸਟਾਂ ਪ੍ਰਾਇਮਰੀ ਸਕੂਲ ਦੇ ਵਿੱਚ ਉਹਨਾਂ ਨੂੰ ਹਰੀ ਝੰਡੀ ਮਿਲ ਗਈ ਹੈ। ਇਸ ਤੋਂ ਇਲਾਵਾ
ਸੀਐਮ ਵੱਲੋਂ ਜੋ ਵੀ 1000 ਹੈਡਮਾਸਟਰ ਟੀਚਰ ਸੀਗੇ ਜੋ ਰਾਸ਼ਟਰੀ ਮਾਧਿਅਮਿਕ ਸਿੱਖਿਆ ਪ੍ਰੋਗਰਾਮ ਯਾਨੀ ਕਿ ਸੈਂਟਰ ਦੇ ਪ੍ਰੋਗਰਾਮ ਦੇ ਤਹਿਤ ਉਹ ਅਪੁਆਇੰਟ ਕੀਤੇ ਗਏ ਸੀਗੇ। ਤਾਂ 2016 ਦੇ ਵਿੱਚ ਜੋ ਸੈਂਟਰ ਵੱਲੋਂ ਅਪਰ ਕੈਪ ਯਾਨੀ ਕਿ ਅਪਰ ਇੱਕ ਲਿਮਿਟ ਸੈੱਟ ਕਰ ਦਿੱਤੀ ਗਈ ਸੀ, ਜਿਹਦੇ ਰਸੈਲੀ ਨੂੰ ਰਿਲੀਜ਼ ਕਰਨ ਦੀ ਹਰੀ ਝੰਡੀ ਜਿਹੜੀ ਉਹਨਾਂ ਨੂੰ ਦੇ ਦਿੱਤੀ ਗਈ ਹੈ, ਜਿਸ ਦੇ ਅਰਾਊਂਡ 3.2 ਕਰੋੜ ਦਾ ਜਿਹੜਾ ਟੋਟਲ ਸਰਕਾਰ ਨੂੰ ਖਰਚਾ ਹੋਏਗਾ। ਇਸ ਤੋਂ ਇਲਾਵਾ 3400 ਜਿਹੜਾ ਹੈਲਥ ਡਿਪਾਰਟਮੈਂਟ ਦੇ ਵਿੱਚ ਨਵੀਆਂ ਪੋਸਟਾਂ ਦੀ ਅਨਾਊਂਸਮੈਂਟ ਕਰ ਦਿੱਤੀ ਗਈ ਹੈ ਤੇ ਨਾਲ ਹੀ ਟੇਬਲ ਯਾਨੀ ਕਿ ਇੱਕ ਮੀਟਿੰਗ ਦੇ ਲਈ ਆਂਗਣਵਾੜੀ ਤੇ ਆਸ਼ਾ ਵਰਕਰਸ ਨੂੰ ਕਿਹਾ ਗਿਆ, ਉਹਨਾਂ ਦਾ ਮੁੱਦਾ ਵੀ ਜਿਹੜਾ ਹੁਣ ਜਲਦੀ ਹੀ ਸੋਲਵ ਕੀਤਾ ਜਾਏਗਾ। ਇਸ ਤੋਂ ਇਲਾਵਾ ਸੀਐਮ ਵੱਲੋਂ ਸੰਗਰੂਰ ਦੇ ਵਿੱਚ 100% ਸਟੇਟ ਫੰਡਿੰਗ ਦੇ ਨਾਲ ਇੱਕ ਨਵਾਂ ਕਾਲਜ ਜਿਹੜਾ ਉੱਥੇ ਓਪਨ ਕੀਤਾ ਜਾਏਗਾ ਤੇ ਇਸ ਤੋਂ ਇਲਾਵਾ ਕਪੂਰਥਲਾ ਤੇ ਹੁਸ਼ਿਆਰਪੁਰ ਦੇ ਵਿੱਚ 2 ਨਵੇਂ ਮੈਡੀਕਲ ਕਾਲਜ ਜਿਹੜੇ ਆ ਉਹਨਾਂ ਨੂੰ ਵੀ ਓਪਨ ਉੱਥੇ ਕੀਤਾ ਜਾਏਗਾ। ਇਸ ਚੀਜ਼ ਨੂੰ ਵੀ ਹਰੀ ਝੰਡੀ ਜਿਹੜੀ ਉਹ ਸੀਐਮ ਵੱਲੋਂ ਦਿੱਤੀ ਗਈ ਹੈ। ਸੋ ਇਹ ਸੀਗੀ ਜੀ ਅੱਜ ਦੀ ਅਪਡੇਟ। ਲੇਕਿਨ ਅਗਰ ਆਪਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਗੱਲ ਕਰ ਲਈਏ ਤਾਂ ਉੱਥੇ ਜਿਸ ਤਰ੍ਹਾਂ ਦਾ ਉਹ ਕ੍ਰਾਈਟੇਰੀਆ ਔਰ ਬਿੱਲ ਲੈ ਕੇ ਆਏ ਨੇ ਉਹਦੇ ਵਿੱਚੋਂ ਸਿਰਫ 30% ਜਾਂ ਉਸ ਤੋਂ ਘੱਟ ਦੇ ਮੁਲਾਜ਼ਮ ਹੀ ਜਿਹੜੇ ਪੱਕੇ ਹੁੰਦੇ ਨਜ਼ਰ ਆਉਂਦੇ ਨੇ। ਇਸ ਤੋਂ ਇਲਾਵਾ 8393 ਦਾ ਆਪਾਂ ਤੁਹਾਨੂੰ ਪਤਾ ਜੀ 8393 ਦੀ ਜਿਹੜੀ ਕੋਰਟ ਅਪਡੇਟ ਸੀਗੀ ਉਹ ਸੀਗੀ ਕਿ 3 ਨਵੰਬਰ ਉਹਨਾਂ ਦੀ ਨੈਕਸਟ ਡੇਟ ਪਾ ਦਿੱਤੀ ਗਈ ਸੀ, ਲੇਕਿਨ 3 ਨਵੰਬਰ ਸਵੇਰ 9 ਵਜੇ ਜਿਹੜੀ ਉਹਨਾਂ ਨੂੰ ਇੱਕ ਵਾਰ ਹੋਰ ਜਿਹੜੀ ਮੀਟਿੰਗ ਦਿੱਤੀ ਗਈ ਹੈ। ਦੇਖਦੇ ਹਾਂ ਉਸ ਮੀਟਿੰਗ ਦੇ ਵਿੱਚੋਂ ਕੀ ਸਿੱਟਾ ਨਿਕਲ ਕੇ ਆਉਂਦਾ ਹੈ, ਕੇਸ ਦੀ ਵੀ ਕੀ ਅਪਡੇਟ ਆਉਂਦੀ ਹੈ, ਕੋਰਟ ਕੇਸ ਤੋਂ ਹੱਲ ਜਿਹੜਾ ਉਹਨਾਂ ਦਾ ਕੋਰਟ ਕੇਸ ਦੇ ਵਿੱਚ ਕੀਤਾ ਜਾਂਦਾ ਜਾਂ ਫਿਰ ਉਹਨਾਂ ਨੂੰ ਇੱਕ ਵਾਰ ਨੈਕਸਟ ਡੇਟ ਮਿਲਦੀ ਹੈ। ਮੀਟਿੰਗ ਦੇ ਵਿੱਚ ਪੂਰੀ ਉਮੀਦ ਹੈ ਇਸ ਵਾਰ ਹੱਲ ਜ਼ਰੂਰ ਜਿਹੜਾ ਉਹਨਾਂ ਨੂੰ ਮਿਲੇਗਾ, ਕਿਉਂਕਿ ਹੁਣ ਜਿਹੜੀ ਸਰਕਾਰ ਹੈ ਉਹ ਕਾਫੀ ਪੁਰਜ਼ੋਰ ਜਿਹੜੀ ਹੈ ਕੋਸ਼ਿਸ਼ ਕਰ ਰਹੀ ਹੈ ਕਿ ਹੁਣ ਉਹ ਸਾਰੇ ਮੁੱਦੇ ਜਿਹੜੇ ਉਹ ਖਤਮ ਕਰ ਦੇਵੇ, ਜਿਸ ਦੇ ਲਈ ਕੱਲ ਵੀ ਇੱਕ ਮੀਟਿੰਗ ਹੋਈ, ਕਾਫੀ ਲੰਬੀ ਮੀਟਿੰਗ ਚੱਲੀ। ਉਮੀਦ ਹੈ 9 ਵਜੇ 93 ਐਂਟੀਟੀ ਦੇ ਕੈਂਡੀਡੇਟਸ ਦੇ ਨਾਲ ਜਿਹੜੀ ਉਹ ਮੀਟਿੰਗ ਰੱਖ ਰਹੀ ਹੈ। ਉਮੀਦ ਹੈ ਉਹਦੇ ਵਿੱਚੋਂ ਜ਼ਰੂਰ ਕੋਈ ਨਾ ਕੋਈ ਹੱਲ ਜਿਹੜਾ ਨਿਕਲ ਕੇ ਆਏਗਾ। ਜਿਵੇਂ ਕੋਈ ਮੀਟਿੰਗ ਬਾਰੇ ਆਫੀਸ਼ੀਅਲ ਅਪਡੇਟ ਮਿਲਦੀ ਹੈ ਆਪਾਂ ਤੁਹਾਨੂੰ ਇਸੇ ਚੈਨਲ ਤੇ ਅਪਡੇਟ ਕਰਾਂਗੇ। ਸੋ ਆਪਣੇ ਚੈਨਲ ਨਾਲ ਜੁੜੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ, ਆਲ ਬਟਨ ਤੇ ਜ਼ਰੂਰ ਕਲਿੱਕ ਕਰ ਲਿਓ ਤਾਂ ਕਿ ਇਸ ਤਰ੍ਹਾਂ ਦੀ ਸਾਰੀ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਪਹੁੰਚਦੀ ਰਹੇ। ਪਰ ਕਈ ਵਾਰ ਤੁਹਾਡੇ ਤੱਕ YouTube ਦੀ ਨੋਟੀਫਿਕੇਸ਼ਨ ਨਹੀਂ ਪਹੁੰਚ ਪਾਉਂਦੀ, ਪਲੀਜ਼ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ ਤਾਂ ਕਿ ਇਸੇ ਤਰ੍ਹਾਂ ਹਰ ਇੱਕ ਲੇਟੈਸਟ ਇਨਫੋਰਮੇਸ਼ਨ ਦੀ ਅਪਡੇਟ ਤੁਹਾਡੇ ਤੱਕ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਪਹੁੰਚਦੀ ਰਹੇ। ਥੈਂਕ ਯੂ।